ਪੰਜਾਬ ਸਰਕਾਰ ਉਹਨਾਂ ਦੇ ਨਾਲ ਸਰਦਾਰ ਅਮਨ भाई जी जस्ट पीछे हो गए ने ਹਲਕਾ ਬੱਲੋਵਾਲਾ श्री सुनील सचदेवा जी जिला प्रधान कोई गल पीछे श्रीमती पूजा लूथरा जी महिला विंग के प्रधान श्री अरुण वर्मा जी साबका जिला प्रधान डीएसपी श्री विभोर कुमार शर्मा जी एसडीएम आकाश जी बांसल बोहर सरदार उपकार सिंह जाखड़ जिला जनरल सकत्तर चौधरी धर्मवीर जी गुदारा सीनियर आगू आम आदमी पार्टी ਤੇ ਉਹਨਾਂ ਦੇ ਨਾਲ ਚੱਲ ਰਹੀ ਸਾਰੀ ਟੀਮ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆ ਸ਼੍ਰੀ ਨਿਰਵਾਣ ਆਸ਼ਰਮ ਰਾਮਪੁਰਾ ਨੈਣਪੁਰਾ ਵੱਲੋਂ। अपने आप भाई जी प्लीज साढ़े साहब भेजो इन्होंने पीछे थोड़ा करो जी संगत जी जिमें कि ਆਪਾਂ ਨੂੰ ਸਭ ਨੂੰ ਪਤਾ ਹੈ ਕਿ ਅੱਜ ਤੋਂ ਲਗਭਗ 2-2.5 ਸਾਲ ਪਹਿਲਾਂ ਕਰੋਨਾ ਨਾਮਕ ਮਹਾਮਾਰੀ ਇਸ ਸਾਰੇ ਸੰਸਾਰ ਵਿੱਚ ਫੈਲੀ ਸੀ। ਸਾਰੀ ਮਾਨਵਤਾ ਦੀ ਹੋਂਦ ਤੇ ਸਵਾਲ ਖੜਾ ਹੋ ਗਿਆ ਸੀ। ਇੱਕ ਉਸੇ ਪ੍ਰਕਾਰ ਦੇ ਹਾਲਾਤ ਹੁਣ ਬਣਦੇ ਜਾ ਰਹੇ ਨੇ। ਇਹ ਜੋ ਬਿਮਾਰੀ ਲੰਪੀ ਡਿਜ਼ੀਜ਼ ਦੇ ਨਾਮ ਤੋਂ ਗਊਆਂ 'ਚ ਫੈਲੀ ਹੈ ਤੇ ਹੌਲੀ ਹੌਲੀ ਔਰਤਾਂ, ਬੱਚਿਆਂ, ਬੱਕਰੀਆਂ ਤੇ ਹੋਰ ਜਾਨਵਰਾਂ 'ਚ ਵੀ ਫੈਲਦੀ ਜਾ ਰਹੀ ਹੈ। ਉਸ ਦੇ ਇਲਾਜ ਲਈ ਦੇਸੀ ਦਵਾਈ जो बाबा योगेंद्रानंद जी निर्वाण आश्रम रामपुरा नैणपुरा के मुख संचालक ने उन्होंने वालों फ्री दी जा रही है ते दूर दराडे तो संगत सारे उत्तर भारत तो इत्थे दवाई लैण लई पहुंच रही है। ये डेरे का बहुत योगदान है। असी थोड़ा जा संक्षेप इतिहास दसना चाहांगे निर्वाण आश्रम रामपुरा नैणपुरा का। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਵੱਲੋਂ ਸਥਾਪਿਤ ਉਦਾਸੀਨ ਮਤ ਦੀ ਪਰੰਪਰਾ ਅਨੁਸਾਰ ਇਸ ਨਿਰਵਾਣ ਆਸ਼ਰਮ ਦੀ ਸਥਾਪਨਾ ਲਗਭਗ 1810 ਈਸਵੀ ਨੂੰ ਹੋਈ। ਬਾਬਾ ਚੇਤਨ ਦਾਸ ਜੀ ਵੱਲੋਂ ਸਥਾਪਨਾ ਕੀਤੀ ਗਈ। ਉਹਨਾਂ ਤੋਂ ਬਾਅਦ ਬਾਬਾ ਜੀਵਨ ਦਾਸ ਜੀ, ਜਵਾਲਾ ਦਾਸ ਜੀ, ਬਾਬਾ ਸ਼ਾਮ ਪ੍ਰਕਾਸ਼ ਜੀ, ਹਰੀ ਪ੍ਰਕਾਸ਼ ਜੀ, ਮਹੰਤ ਅਮਰ ਪ੍ਰਕਾਸ਼ ਜੀ, ਸੰਤ ਸੁਖਦੇਵਾਨੰਦ ਜੀ। ਉਹਨਾਂ ਦੇ ਬ੍ਰਾਹਮਲੀਨ ਹੋਣ ਤੋਂ ਬਾਅਦ ਹੁਣ ਮਹਾਮੰਡਲੇਸ਼ਵਰ स्वामी योगेंद्रानंद जी मौजूदा गद्दी नशीन हैं। हर समय के संतां ने गर्मियों में धूनी तपस्या ते सर्दियों में जल धारे करके अपने तन ते मन नूं साधा अते साधु बन के दिखाया। गुरु जियां दे आशीर्वाद विच अपार किरपा अते समाधां दी असीम शक्ति दे चलदियां पंजाब, हरियाणा, राजस्थान, यूपी, हिमाचल तक की संगत इत्थे जुड़ी हुई है। 4 मई ਨੂੰ ਇੱਥੇ ਬਹੁਤ ਵੱਡਾ ਇਕੱਠ ਹੁੰਦਾ ਹੈ। ਬਾਬਾ ਜੀ ਦੀ ਬਰਸੀ ਮਨਾਈ ਜਾਂਦੀ ਹੈ। ਇੱਥੇ ਜਿੰਨੇ ਵੀ ਗੱਦੀ ਨਸ਼ੀਨ ਸੰਤ ਰਹੇ ਉਹਨਾਂ ਨੇ ਜੜੀਆਂ ਬੂਟੀਆਂ ਤੋਂ ਦੇਸੀ ਦਵਾਈਆਂ ਦੇ ਫਾਰਮੂਲੇ ਤਿਆਰ ਕੀਤੇ ਅਤੇ ਸੰਗਤ ਦਾ ਭਲਾ ਕੀਤਾ। ਇਸ ਇਲਾਕੇ ਵਿੱਚ ਹੀ ਨਹੀਂ ਨੇੜੇ ਤੇੜੇ ਦੀਆਂ ਸਟੇਟਾਂ ਵਿੱਚ ਵੀ ਬਹੁਤ ਸੰਗਤ ਇੱਥੋਂ ਦਵਾਈ ਲੈ ਕੇ ਜਾਂਦੀ ਹੈ। ਸ਼ੁਰੂ ਤੋਂ ਹੀ ਇਸ ਨਿਰਵਾਣ ਆਸ਼ਰਮ ਦੀ ਪਰੰਪਰਾ ਰਹੀ ਹੈ ਕਿ ਪਿੰਡ ਦਾ, ਇਲਾਕੇ ਦਾ कोई भी साझा काम होवे, प्रोग्राम होवे, समाज भलाई का कारज होवे जां कोई वाद विवाद होवे तो हर समय के महापुरुषों ने अगे होके अगवाई की है ते सारे मसले हल करवाए हैं। इलाके में गड़ेमारी, मौसमी विपता जां कोई काल, कोरोना महामारी हर प्रकार के बुरे समय दौरान सारे इलाके नूं मुसीबत से बचाया अते आशीर्वाद रखा। इस तो इलावा जो भी बड़े मेले लगते हैं, 4 कुंभ लगते हैं, ਉਹਨਾਂ ਤੇ ਵੀ ਸੰਤ ਜੀ ਵੱਲੋਂ ਸਪੈਸ਼ਲ ਟੀਮ ਜਾਂਦੀ ਹੈ। ਲੰਗਰ ਉੱਥੇ ਚੱਲਦਾ ਹੈ। ਪਰੰਪਰਾ ਪੀੜ੍ਹੀਆਂ ਤੋਂ ਚੱਲੀ ਆ ਰਹੀ ਹੈ। ਇਸ ਇਲਾਕੇ ਦਾ ਹਰ ਵਾਸੀ ਚਾਹੇ ਉਹ ਆਪਣੀ ਫਸਲ ਬੀਜਣ ਜਾਂਦਾ ਹੋਵੇ, ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਮੱਥਾ ਟੇਕ ਕੇ ਫੇਰ ਹੀ ਫਸਲ ਬੀਜਦਾ ਤੇ ਚੰਗੀ ਹੁੰਦੀ ਹੈ। ਇਹ ਇਲਾਕਾ ਇਹਨਾਂ ਦੀ ਕਿਰਪਾ ਸਦਕਾ ਬਹੁਤ ਖੁਸ਼ਹਾਲ ਹੈ। ਬਾਬਾ ਜੀ ਦੇ ਨਾਮ ਤੋਂ ਸਪੋਰਟਸ ਕਲੱਬਾਂ ਵੀ ਨੇ, ਕ੍ਰਿਕਟ ਦੇ, ਕਬੱਡੀ ਦੇ बहुत टूर्नामेंट करवाए ने, वालीबॉल के, खूनदान के कैंप, पक्षां के कैंप, बहुत समाज भलाई के कारज संतां वालों कीते जांदे हैं।
ਸਭ ਤੋਂ ਜ਼ਰੂਰੀ ਗੱਲ ਇਹ ਹੈ ਧਿਆਨ ਦੇਣ ਯੋਗ ਕਿ ਇਹ ਡੇਰਾ ਇੱਕ ਐਸੇ ਸਾਂਝੇ ਧਾਰਮਿਕ ਸਥਾਨ ਦੀ ਮਿਸਾਲ ਹੈ ਜਿੱਥੇ ਹਰ ਧਰਮ, ਹਰ ਜਾਤੀ, ਹਰ ਤਬਕੇ ਦੇ ਲੋਕਾਂ ਨੂੰ ਪੂਰਾ ਸਤਿਕਾਰ ਮਿਲਦਾ ਹੈ ਜੀ। ਕਈ ਵਾਰ ਸਮਾਜ ਵਿੱਚ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਕਿ ਡੇਰਿਆਂ 'ਚ ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪੂਰਾ ਸਤਿਕਾਰ ਨਹੀਂ ਹੁੰਦਾ, ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਮਰਿਆਦਾ ਦੇ ਅਨੁਸਾਰ ਪੂਰਾ ਸਤਿਕਾਰ ਹੈ। ਬਕਾਇਦਾ ਗ੍ਰੰਥੀ ਸਿੰਘ ਹੈ ਜੋ ਸਵੇਰੇ ਸ਼ਾਮ ਨਿਤਨੇਮ ਕਰਦੇ ਹਨ। ਸੱਚਖੰਡ ਵੀ ਬਣਿਆ ਹੋਇਆ ਹੈ ਜਿਸ ਦਾ SGPC ਵੱਲੋਂ ਹਰ ਸਮੇਂ ਤੇ ਜਾਂਚ ਕੀਤੀ ਜਾਂਦੀ ਰਹੀ ਹੈ। ਇੱਕ ਐਸਾ ਸਥਾਨ ਜਿੱਥੇ ਬਾਬਾ ਸ਼੍ਰੀ ਚੰਦ ਜੀ ਦੇ ਜੈਕਾਰੇ ਦੇ ਨਾਲ ਨਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾ ਜੈਕਾਰਾ ਵੀ ਗਾਇਆ ਜਾਂਦਾ। ਹੁਣ ਅਸੀਂ ਬੇਨਤੀ ਕਰਦੇ ਹਾਂ ਮਹਾਮੰਡਲੇਸ਼ਵਰ ਸਵਾਮੀ ਜੋਗਿੰਦਰਾਨੰਦ ਜੀ ਨੂੰ ਮੰਤਰੀ ਸਾਹਿਬ ਸੰਗਤ ਦੇ ਰੂਬਰੂ ਹੋਣਗੇ। ਸਰਦਾਰ ਅਮਨਦੀਪ ਸਿੰਘ ਜੀ ਮੁਸਾਫਿਰ MLA ਹਲਕਾ ਬੱਲੂਆਣਾ ਸੰਗਤਾਂ ਦੇ ਰੂਬਰੂ ਹੋਣਗੇ। बहुत ही सत्कारयोग संत जोगिंद्रनाथ जी महाराज डेरा निर्वाण आश्रम रामपुरा नरैनपुरा और मैं धन्यवाद करदा साडे ट्रांसपोर्ट मंत्री और पशु पालन मंत्री साडे वड्डे भाई साहब सरदार लालजीत सिंह जी भुल्लर साहब दा। मंत्री जी कल मैं डेरे च आया सी और बाबा जी कोल बैठे काफ़ी इन्हां कोल गल्लां बातां कीतियां और मैनू बाबा जी ने दस्सिया कि इस बीमारी दे बारे इन्हां दे जिहड़े अपने गद्दी नशीन सी पहला वो सारा कुछ लिख के गए हैं और दवाई का नुस्खा भी वो किताब दे विच लिख के गए हैं कि ये बीमारी आएगी और इस बीमारी दी आ इलाज होएगा और इन्हां ने उस तरह वो दवाई बनाई है जिंदा अज लाभ पूरे पंजाब, राजस्थान, हरियाणे के लोग इत्थे आके लै रहे हैं। मैं बहुत धन्यवाद करता बाबा जी का कि जिन्हां ने इस मुसीबत की घड़ी दे विच पूरे लोगों का साथ दिता है और मैं तुहानूं भी बेनती करता कि डेरा बड़ी सेवा कर रहा लोगों की, आपां नूं भी इन्हां दी सहायता करनी चाहिए है। इन्हां ने पूरे 3 स्टेटां दे लोगों को दवाई मुफ्त दी है और हर रोज 5 तो 7 हज़ार बंदा इत्थे दवाई लैके जा रहा है। ये डेरा निष्काम सेवा कर रहा। मैं इस गल करके बाबा जी का बहुत धन्यवाद करदा है क्योंकि इन्होंने गऊआं दी मरण तो बचाया है। बहुत बहुत धन्यवाद बाबा जी। मैं तुहानूं दस नहीं सकता जो आसान तुसीं साडे ते कीता क्योंकि इसकी दवाई आई नहीं सी हजे तक। और मैं धन्यवाद करदा अपनी सारी आम आदमी पार्टी की सीनियर लीडरशिप का जिहड़े अज इत्थे आए हैं और मैं तुहाडे सारिਆਂ ਤੋਂ माफी मंगदा कि प्रोग्राम थोड़ा लेट होया, असीं लेट पहुंचे हैं, तुहानूं इत्थे उड़ीक करनी पई क्योंकि तुसीं बहुत दूरों आए हो। इस गल दी मैं माफी मंगदा और मैं मंत्री जी मेरी एक बेनती है कि आपां कुछ ना कुछ डेरे की सहायता करके जाइए ताकि निष्काम सेवा जारी रखन और साडी जिहड़ी गऊ माता है उन्हां नूं इस बीमारी चों बाहर निकालन। तुहाडा सारिਆਂ ਦਾ बहुत बहुत धन्यवाद। बोला जी जगतगुरु श्री चंद्र भगवान की जय, श्री गुरु नानक देव महाराज की जय।
श्री कृष्ण भगवान की जय। आप सब संगतां नूं पता ही है, अपने कोल मंत्री साहब पहुंचे हुए ने, ट्रांसपोर्ट मंत्री ते पशु पालन विभाग मंत्री सरदार लालजीत सिंह जी भुल्लर, इन्हां दा इत्थे पहुंचण ते बहुत बहुत धन्नवाद कीता जांदा है साडे वल्लों ते साडे सारे ही सेवादारां वल्लों। साडे एमएलए साहब गोल्डी जी मुसाफिर, उन्हां दा भी इत्थे पहुंचणे ते बहुत बहुत धन्नवाद कीता जांदा है। साडे धर्मवीर जी बिश्नोई, उन्हां दा भी होर भी जिन्नी मैंबरशिप इत्थे आई है इन्हां दे नाल, मैं सारिਆਂ ਦਾ बहुत बहुत धन्नवाद करदा हां। ਅਸੀਂ गऊआं दा बचाण दे लई एक निष्काम सेवा चलाई है, 15-20 दिन तो पिछे तो सेवा चल रही है। जिन्ने भी मेरे वीर सेवादार मेरे नाल सहयोग कर रहे हैं, मैं उन्हां दा भी बहुत बहुत धन्नवाद करना चाहांगा। संगत जी, मैं पहला तो लाइव हो के बहुत वीडियो पाइयां ने, मैं यही दस्सिया भी ये महामारी गऊआं ते आई आ, आपां सारिਆਂ ਦਾ ਇਹ फर्ज बनदा है भी आपां गऊआं ਨੂੰ बचाना है। मैं और मेरी टीम सारी दिन रात असीं लगे हुए हैं, दिन रात ही दवाई इत्थे तैयार हो जाती है, मतलब कई क्वांटल क्वांटिटी की दवाई तैयार हो जाती है और रोज का 5-7 हज़ार बंदा इत्थों दवाई लैके जाता है। बहुत दूरों दूरों संगत आई जाती है, कई स्टेटां चों संगत आती है। मैं सारिਆਂ ਨੂੰ ਇੱਕੋ ਹੀ ਗੱਲ ਕਹਿਣੀ ਚਾਹਾਂਗਾ, जिन्ना हो सके मैं पहला भी तुहानूं कहा सीगा, मैं दवाई फ्री दित्ती आ, फ्री देनी आ, जिन्ना चिर यह काम चलता रहूगा, जिन्ना चिर बीमारी चलती रहूगी, दवाई फ्री चलनी है। संगत जी, कोई पैसा नहीं किसी से लिया ना लेना है आज तक, चाहे जिन्ना मर्जी पैसा लग जाए, असी ये सेवा की है ते करते ही रहना है। हुण मैं मंत्री साहब नूं चाहांगा भी वो भी कुछ इस मैटर ते प्रकाश पाउणगे, क्योंकि सरकार भी बहुत उहदे नाल लगी हुई है। गल नहीं सरकार सोचदी नहीं, जद इन्हां दी सरकार आई है बहुत सुधार हुए ने, बहुत सुधार हुए ने। पहलियां सरकारां भी मैं देखियां ने, इन्हां दी सरकार भी मैं देखी, आम आदमी पार्टी दी बहुत सुधार हुए ने अगे नाल। मैं चाहना इत्थे ही सुधार होंदे रहण। साडे पिंड ਦੀਆਂ कुछ ਮੰਗਾਂ ने मैं दस दित्तियां ने इन्हां नूं भी ਉਹ ਮੰਗਾਂ ਨੂੰ भी पूरीਆਂ कीता जावे। क्यों? क्योंकि ये बहुत ही पिछे पिंड आ जाता है, कई सुविधावां इत्थे पहुंचदियां नहीं ते मैं इन्हां नूं उन्हां चीज़ां नाल भी अवगत कराया है। हजे इको ही एम लैके चले आ, बस जिन्ना हो सके गऊआं नूं बचाना आ। गालियां गल्लां मंत्री साहब जी नाल फेर करांगे। हुण मैं चाहांगा कुछ शब्द मंत्री साहब बोलण, प्रकाश पाण इस चीज़ ते बोलना जी। जगत गुरु श्री चंद्र भगवान की जय। ਪਹਿਲਾਂ ਤੇ ਮੈਂ ਧੰਨਵਾਦ ਕਰਦਾ ਸੰਤ ਜੋਗਿੰਦਰਾਨੰਦ ਜੀ ਮਹਾਰਾਜ ਦਾ, ਜਿਨ੍ਹਾਂ ਨੇ ਲੋਕ ਸੇਵਾ ਨੂੰ ਆਪਣਾ ਜੀਵਨ ਅਰਪਿਤ ਕੀਤਾ ਤੇ ਜਿਹੜੀ ਲੰਪੀ ਸਕਿਨ ਡਿਜ਼ੀਜ਼ ਨਾਂ ਦੀ ਨਾਮਰਾਦ ਬਿਮਾਰੀ ਮਹਾਮਾਰੀ ਫੈਲੀ ਆ, ਜਿਹੜੀ ਗਾਵਾਂ ਦੇ ਵਿੱਚ ਵੱਡੇ ਪੱਧਰ ਤੇ ਫੈਲ ਚੁੱਕੀ ਹੈ ਬਿਮਾਰੀ, ਤੇ ਮਹਾਮਾਰੀ ਇੰਨੀ ਫੈਲ ਚੁੱਕੀ ਆ कि आप वेखते हैं तकरीबन ही शैड वालियां दीयां गावां इहदी लपेट दे विच आ चुकियां। गुरु रूप साध संगत जी, मैं ट्रांसपोर्ट पशु पालन मंत्री होने नाते, क्योंकि यह महकमा पशु पालन मेरे कोल है, तुहाडे भरा कोल आ, मैं तकरीबन ही शैड मालकां दे नाल पशु पालकां दे कोल जाके दुख सुख दे विच हाज़री भरदा रहा। अज मैं अबोहर एरिए दे विच इत्थे शैडां वालियां नूं मिलण आया सी ते साडे एमएलए अमनदीप सिंह गोल्डी मुसाफिर जी ने दस्सिया कि संत जोगिंद्रानंद जी महाराज इत्थे दवाई बना के नुस्खे दी कोई 25-27 जड़ी बूटियां पा के काढ़ा बना के सेवा कर रहे फ्री दे विच। ते ओह सेवा जिहड़ी आ, ਜਿਹੜੀਆਂ ਤੇ ਗਾਵਾਂ ਦੇ ਧੱਫੜ ਜ਼ਿਆਦੇ ਪੈ ਗਿਆ ਤੇ ਅੰਦਰ ਵੀ ਧੱਫੜ ਪਾਟ ਕੇ ਖੂਨ ਪੈ ਰਿਹਾ ਅੰਦਰ, ਉਹ ਗਾਵਾਂ ਤੇ ਨਹੀਂ ਬਚ ਸਕਦੀਆਂ ਜਿਨ੍ਹਾਂ ਨੂੰ ਅਜੇ ਬਿਮਾਰੀ ਸ਼ੁਰੂਆਤ ਹੋਈ ਆ। ਉਹਨਾਂ ਗਾਵਾਂ ਨੂੰ ਜਿਹੜਾ ਮੋੜਾ ਪੈ ਗਿਆ, ਦੇਖੋ ਜਦੋਂ ਕੋਈ ਦੁੱਖ ਹੋਵੇ ਤੇ ਸਿਆਣੇ ਕਹਿੰਦੇ ਕੋਠੇ ਚੜ ਕੇ ਰੌਲਾ ਪਾਉਣਾ ਚਾਹੀਦਾ, ਤੇ ਜਿਹੜੀ ਇਹ ਮਹਾਮਾਰੀ ਫੈਲੀ ਇਹਦੇ ਵਿੱਚ ਕਸੂਰ ਨਹੀਂ ਕਿਸੇ ਨਾ ਤੇ ਕਿਸੇ ਸਰਕਾਰ ਦਾ ਨਾ ਕਿਸੇ ਵਿਅਕਤੀ ਦਾ। इतने कुदरती ये बीमारी आ गई। जो पहला कोरोना वायरस आई इंसान दे विच, पूरे वर्ल्ड दे विच, पूरे विश्व दे विच आई, तो आपां बड़ी संजीदगी नाल ओहदा सामना कीता, सरकारां ने साथ दिता ते ओह आपां रोक ली। उसे तरह ये बीमारी जिहड़ी गावां दे विच वध मात्रा दे विच पाई जांदी आ, मैं किसान वीरां नूं भी बेनती करदा कि जिवें दूजियां स्टेटां तो पहला ये बीमारी राजस्थान ते गुजरात दे विच आई है,
ਤੇ ਉਹਨਾਂ ਸਟੇਟਾਂ ਦੇ ਵਿੱਚੋਂ ਜਾਨਵਰ ਜਿਹੜੇ ਵਪਾਰ ਕਰਦੇ ਆ ਸਾਥੀ, ਉਹਨਾਂ ਨੇ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਲਿਆਂਦੇ ਤੇ ਗਾਂ ਇੱਥੇ ਵੀ ਆ ਗਈ ਇਹ ਬਿਮਾਰੀ। ਇੱਕ ਬਿਮਾਰੀ ਤਾਂ ਹੁੰਦੀ ਛੂਤ ਦਾ ਰੋਗ, ਇੱਕ ਜਾਨਵਰ ਤੋਂ ਦੂਜੇ ਜਾਨਵਰ ਨੂੰ ਹੁੰਦੀ ਹੈ। ਤੇ ਇਹ ਬਿਮਾਰੀ ਮੈਂ ਕਈ ਸ਼ੈੱਡ ਫਾਰਮਾਂ ਦੇ ਵਿੱਚ ਗਿਆ ਵਾਂ, ਜਿਨ੍ਹਾਂ ਨੇ ਵੱਡੇ ਵੱਡੇ ਫਾਰਮ ਬਣਾਏ ਗਾਵਾਂ ਦੇ, ਬਾਈਕਾਂ ਦੇ ਉੱਪਰ ਨੇ, ਜਿਨ੍ਹਾਂ ਦਾ ਇੱਕ ਦੂਜੇ ਖੇਤ ਤੋਂ ਬੜਾ ਫਾਸਲਾ 5-5 7-7 ਕਿੱਲਿਆਂ ਦਾ, ਕਈ ਤੇ 1-1 ਕਿਲੋਮੀਟਰ ਦੂਰ ਬੈਠੇ ਆ। ਹਵਾ ਦੇ ਵਿੱਚ ਇਹ ਬਿਮਾਰੀ ਜਿਹੜੀ ਆ ਚੁੱਕੀ ਆ, ਹਵਾ ਦੇ ਨਾਲ ਹੀ ਫੈਲਦੀ ਜਾ ਰਹੀ ਆ। ਤੇ ਇਹਦਾ ਇੱਕੋ ਹਾਲੇ ਇੱਕ ਤੇ ਸਾਫ਼ ਸਫਾਈ, ਆਪਣੇ ਸ਼ੈੱਡ ਫਾਰਮ ਦੇ ਆਲੇ ਦੁਆਲੇ ਸਾਫ਼ ਸਫਾਈ ਰੱਖੀਏ। ਮੱਛਰ ਤੋਂ ਇਹ ਬਿਮਾਰੀ ਬਹੁਤ ਜ਼ਿਆਦਾ ਫੈਲਦੀ ਆ। ਆਪਣੇ ਫਾਰਮਾਂ ਦੇ ਚਾਰ ਸਵੇਰੇ ਆਪਾਂ ਮੱਛਰਦਾਨੀ ਲਾ ਕੇ ਮੱਛਰ ਨੂੰ ਅੰਦਰ ਐਂਟਰ ਹੋਣ ਤੋਂ ਰੋਕੀਏ। ਤੇ ਜਿਹੜਾ ਨੁਸਖਾ ਇਹਨਾਂ ਨੇ ਸੰਤ ਜੀ ਨੇ ਦਿੱਤਾ ਹੈ, ਤਾਂ ਮੈਂ ਬੇਨਤੀ ਕਰੂੰਗਾ ਕਿ ਆਪਾਂ ਨੂੰ ਇਹ ਦੇਸੀ ਨੁਸਖਾ ਹੈ, ਤੇ ਜੇ ਆਪਾਂ ਨੂੰ ਇਹਦੇ ਤੋਂ ਆਰਾਮ ਆ ਰਿਹਾ ਤੇ ਤਾਂ ਹੀ ਇੱਥੇ ਰੋਜ਼ਾਨਾ ਵੇਖੋ ਕਿੰਨੀ ਸੰਗਤ ਬੈਠੀ ਆ। ਰੋਜ਼ਾਨਾ 5 ਤੋਂ 6000 ਵਿਅਕਤੀ ਇਹਨਾਂ ਤੋਂ ਦਵਾਈ ਲੈ ਕੇ ਜਾ ਰਹੇ। ਜੇ ਆਰਾਮ ਆਉਂਦਾ ਤੇ ਉਹ ਅੱਗੇ ਆਪਣੇ ਸਾਥੀਆਂ ਨੂੰ ਦੱਸਦੇ ਆ। ਤੇ ਮੈਂ ਸਮੂਹ ਪੰਜਾਬੀਆਂ ਨੂੰ, ਹੋਰ ਦੂਜੀਆਂ ਸਟੇਟਾਂ ਦੇ ਕਿਸਾਨ ਵੀਰਾਂ ਨੂੰ, ਪਸ਼ੂ ਪਾਲਕਾਂ ਨੂੰ ਬੇਨਤੀ ਕਰਦਾ ਕਿ ਵਾਹਿਗੁਰੂ ਕਿਰਪਾ ਕਰੇ ਇਹ ਬਿਮਾਰੀ ਤੋਂ ਛੇਤੀ ਨਿਜਾਤ ਮਿਲੇ, ਸਾਡੇ ਪਸ਼ੂ ਜਲਦ ਤੋਂ ਜਲਦ ਠੀਕ ਹੋਣ। ਪਰ ਜੇ ਕਿਸੇ ਕਾਰਨ ਜੇ ਕਿਸੇ ਦਾ ਪਸ਼ੂ ਦੀ ਮੌਤ ਹੁੰਦੀ ਆ ਤੇ ਉਹਨੂੰ ਖੁੱਲੇ ਵਾਤਾਵਰਣ 'ਚ ਜਾਂ ਹੱਡੋ ਰੋੜੇ 'ਚ ਨਾ ਸੁੱਟਿਆ ਜਾਵੇ, ਟੋਆ ਪੁੱਟ ਕੇ ਉਹਨੂੰ ਆਪਾਂ ਦਬਾ ਦਈਏ। ਸਰਕਾਰ ਸਾਡੀ ਆ, ਮੈਂ ਆਪਣੀ ਸਰਕਾਰ ਦੇ ਜਿਹੜੇ ਸਾਡੇ ਨੁਮਾਇੰਦੇ ਆਮ ਆਦਮੀ ਪਾਰਟੀ ਦੇ ਹਰ ਪਿੰਡ ਦੇ ਵਿੱਚ ਸਾਡੇ ਨੁਮਾਇੰਦੇ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜੇਸੀਬੀ ਮਸ਼ੀਨਾਂ ਦੀ ਜਿਹੜੀ ਆ ਲੋੜ ਆ, ਉਹਨਾਂ ਨੂੰ ਪਿੰਡਾਂ ਵਾਲਿਆਂ ਨੂੰ ਜੇਸੀਬੀ ਮਸ਼ੀਨਾਂ ਦੇ ਟੋਏ ਪੁੱਟ ਕੇ ਇਹਨਾਂ ਨੂੰ ਦਬਾਉਣ, ਕਿਉਂਕਿ ਆਪਾਂ ਹੀ ਸਾਥ ਦੇਵਾਂਗੇ, ਰਲ ਮਿਲ ਕੇ ਚੱਲਾਂਗੇ, ਫੇਰ ਇਹ ਬਿਮਾਰੀ ਤੇ ਰੋਕਥਾਮ ਹੋਣੀ ਆ। ਨਹੀਂ ਤੇ ਮਹਾਮਾਰੀ ਫੈਲਣ ਦਾ ਖਤਰਾ। ਇਹ ਬਿਮਾਰੀ ਇੱਕ ਜਾਨਵਰ ਤੋਂ ਦੂਜੇ ਜਾਨਵਰ ਨੂੰ ਹਵਾ ਦੇ ਰੂਪ 'ਚ ਹੀ ਤੁਰੀ ਜਾਂਦੀ ਆ। ਤੇ ਜੇ ਕਿਸੇ ਜਾਨਵਰ ਦੀ ਮੌਤ ਹੁੰਦੀ, ਗਾਂ ਦੀ ਜਾਂ ਕਿਸੇ ਹੋਰ ਪਸ਼ੂ ਦੀ, ਤੇ ਮੈਂ ਬੇਨਤੀ ਕਰਦਾ ਆਪਾਂ ਟੋਆ ਪੁੱਟ ਕੇ ਉਹਨੂੰ ਜੇਸੀਬੀ ਨਾਲ ਥੱਲੇ ਦਬਾ ਦਈਏ। ਜੇ ਆਪਾਂ ਹੱਡੋ ਰੋੜੇ 'ਚ ਸੁੱਟਾਂਗੇ, ਉਹਦੀ ਹਵਾ ਨਾਲ, ਉਹਦੀ ਬਦਬੂ ਨਾਲ ਇਹ ਗਾਂ ਬਿਮਾਰੀ ਹੋਰ ਫੈਲਣੀ ਹੈ। ਤੇ ਕੰਟਰੋਲ ਆਪਾਂ ਹੀ ਸਾਰੇ ਰਲ ਮਿਲ ਕੇ ਕਰ ਸਕਦੇ ਹਾਂ। ਇਹ ਅੱਜ ਮੈਂ ਤਾਂ ਇੱਥੇ ਸੰਤ ਜੋਗਿੰਦਰਾਨੰਦ ਜੀ ਕੋ ਆਇਆ, ਕਿਉਂਕਿ ਜੇ ਕਿਸੇ ਦਾ ਸੰਗਤ ਦਾ ਭਲਾ ਹੋ ਸਕਦਾ ਤੇ ਸਾਨੂੰ ਭਲਾ ਕਰਨ ਦੇ ਵਿੱਚ ਸਾਥ ਦੇਣਾ ਚਾਹੀਦਾ। ਤੇ ਤੁਸੀਂ ਵੀ ਸਾਰੇ, ਜੇ ਤੁਹਾਡੇ ਪਸ਼ੂਆਂ ਨੂੰ ਆਰਾਮ ਆਇਆ ਤੇ ਸਾਡਾ ਲਾਈਵ ਚੱਲਣ ਦਿਆ, ਤੁਸੀਂ ਦੱਸ ਸਕਦੇ ਜੇ ਵੀ ਵਾਕਈ ਆਰਾਮ ਆਇਆ ਸਾਡੇ ਆਲੇ ਦੁਆਲੇ, ਤਾਂ ਜੋ ਜਿਹੜੇ ਸਾਡੇ ਪੰਜਾਬ ਦੇ ਭੈਣ ਭਰਾ ਨੇ, ਗੁਜਰਾਤ ਦੇ, ਰਾਜਸਥਾਨ ਦੇ, ਹੋਰ ਵੀ ਸਟੇਟਾਂ ਦੇ, ਹਰਿਆਣੇ ਦੇ, ਉਹ ਆ ਕੇ ਇੱਥੋਂ ਇਹ ਕਾੜਾ ਲੈ ਕੇ ਜਾਣ ਤੇ ਉਹਨਾਂ ਦੇ ਵੀ ਜਾਨਵਰ ਬਚ ਸਕਣ। ਆ ਮਾਈਕ ਤੁਹਾਨੂੰ ਦਿੰਦੇ ਆ, ਜੇ ਤੁਹਾਡੇ ਆਲੇ ਦੁਆਲੇ ਆਸੇ ਪਾਸੇ ਜਾਨਵਰ ਬਚੇ ਆ, ਗਾਵਾਂ ਬਚੀਆਂ, ਆਰਾਮ ਆਇਆ, ਤੇ ਤੁਸੀਂ ਸਾਰੇ ਦੱਸ ਸਕਦੇ ਜੀ। ਕੋਈ ਵੀ ਵੀਰ ਆਪਣਾ ਵਿੱਚੋਂ ਪੰਡਾਲ ਚੋਂ ਖੜਾ ਹੋ ਕੇ ਦੱਸ ਸਕਦਾ ਜਿਨ੍ਹਾਂ ਨੇ ਦਵਾਈ ਦਿੱਤੀ ਤੇ ਉਹਨਾਂ ਦੇ ਪਸ਼ੂਆਂ ਨੂੰ ਮੋੜਾ ਪਿਆ, ਆਰਾਮ ਠੀਕ ਹੋਇਆ। ਜਿਹੜਾ ਸੱਜਣ ਪਹਿਲਾਂ ਦਵਾਈ ਲੈ ਚੁੱਕਿਆ ਤੇ ਪਸ਼ੂ ਠੀਕ ਜਿਹਦੇ ਹੋਇਆ, ਉਹ ਬੋਲਣ ਕਿਰਪਾ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। 5-6 ਦਿਨ ਹੋ ਗਏ ਮੈਂ ਦਵਾਈ ਲੈ ਗਿਆ। ਮੇਰੀ ਗਾਂ ਦੀ ਮੰਨ ਲਾ 1 ਲੱਖ ਜ਼ਰੂਰ ਸੁੱਜੀ ਆ, ਬਿਲਕੁਲ ਠੀਕ ਆ, ਦਾਣਾ ਪਾਣੀ ਵਧੀਆ ਪਿਆ। ਇਸੇ ਕਾਰਨ ਨਾਲ ਹੁਣ ਆਪਾਂ ਕੋਈ ਦਵਾਈ ਦਿੱਤੀ ਜਿਹੜੀ ਮੈਡੀਕਲ ਦੀ ਲਿਖੀ ਉਹ ਦਵਾਈ। ਬਹੁਤ ਬਹੁਤ ਧੰਨਵਾਦ ਜੀ। ਕੋਈ ਹੋਰ ਸੱਜਣ ਹੈ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਹੈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਵਾਈ ਲੈ ਕੇ ਗਿਆ, ਦੇਖੋ 5 ਦਿਨ ਹੋ ਗਏ, ਮੇਰੇ 2 ਗਊਆਂ ਸੀ, ਉਹ ਦੋਨੇ ਗਊਆਂ ਠੀਕ ਨੇ ਜਮਾਂ। ਹੁਣ ਮੈਂ ਦੁਬਾਰਾ ਆਪਣੇ ਦੋਸਤਾਂ ਨੂੰ ਲੈ ਕੇ ਆਇਆ ਨਾਲ, ਜੋ ਵੀ ਦਵਾਈ ਲੈਣ ਆਇਆ ਵੱਧ ਤੋਂ ਵੱਧ ਗਾਹਾਂ ਕਮਾਓ ਤੇ ਗਊਆਂ ਨੂੰ ਠੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਜੰਬੇ ਸ਼ਰਮਾ। ਕਿਸੇ ਨੂੰ ਪਤਾ ਆ ਜਾਓ। 6-7 ਦਿਨ ਹੋ ਗਏ, ਮੈਂ ਵੀ ਲੈ ਕੇ ਗਿਆ ਵੀ 3 ਗਾਈਆਂ ਦੀ, ਤੇ ਤਿੰਨੇ ਠੀਕ ਹੈ ਬਾਈ।
ਚਲਦੀਆਂ ਫਿਰਦੀਆਂ ਪੱਠੇ ਖਾਂਦੀ ਹੈ ਵਧੀਆ ਵਧੀਆ ਆਰਾਮ ਨਾਲ ਥੋੜੇ ਨਿਕਲੇ ਸੀ ਹੁਣ ਠੀਕ ਹੋ ਗਏ ਵਧੀਆ ਬਹੁਤ ਵਧੀਆ ਮੈਂ ਵੀ ਲਿਆ 2 ਗਾਈਆਂ ਦੀ ਮਾਈਕ ਨੇੜੇ ਕਰ ਲਓ। ਹਾਂਜੀ ਮੈਂ ਵੀ ਲਿਆ 2 ਗਾਈਆਂ ਦੀ ਦਵਾਈ ਸਾਰੇ ਠੀਕ ਹੈ ਵਧੀਆ ਆਇਓ ਭਾਈ ਅੱਗੇ ਆ ਜਾਓ ਅੱਗੇ ਆ ਜਾਓ ਜੀ, ਅੱਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਵੀ ਸਾਡੇ ਡੇਰੇ ਸੇਵਾਦਾਰ ਸੇਵਾ ਕਰਦੇ ਆ, ਮੈਂ ਖੁਦ ਨਾਲ ਗਿਆ ਹਾਲੇ ਮੌਕੇ ਤੇ ਜਾ ਕੇ ਪਸ਼ੂ ਵੇਚ ਸਕਦੇ ਆ। ਸਾਡੇ ਪਿੰਡ ਦੀ ਘੱਟ ਤੋਂ ਘੱਟ ਅਸੀਂ 10-12 ਪਸ਼ੂਆਂ ਨੂੰ ਦਵਾਈ ਦੇ ਦਿੱਤੀ ਹੈ। ਹਾਂਜੀ ਜੇ ਕੋਈ ਮੌਕੇ ਤੇ ਆ ਕੇ ਨਹੀਂ ਵੇਚ ਸਕਦਾ, ਸਾਰੇ ਪਸ਼ੂ ਜਿਹੜੇ ਕੁਆਰਾ ਹੈ ਆਪਦੇ ਕੋਈ ਪਸ਼ੂ ਬਿਮਾਰ ਨਹੀਂ ਹੋਇਆ ਮੇਰਾ ਪਿੰਡ ਜ਼ਰੂਰ ਦਵਾਈ ਹੈ ਸੇਵਾਦਾਰਾਂ ਨੂੰ ਦਿੱਤੀ ਜਾ ਕੇ ਸਾਰੇ ਪਸ਼ੂ ਮੌਕੇ ਤੇ ਵੇਚ ਸਕਦੇ ਇੱਥੇ ਖੜੇ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡਾ ਕੋਈ ਰਿਸ਼ਤੇਦਾਰ ਮੈਡੀਸਨ ਲੈ ਕੇ ਗਿਆ ਸੀ ਦਵਾਈ ਇੱਥੋਂ, ਉਹਦੇ ਤੋਂ ਆਪਾਂ ਲਈ ਸੀ 2 ਪਸ਼ੂ ਮੇਰੇ ਬਿਲਕੁਲ ਪੱਕੇ ਛੱਡੇ ਸੀ, ਬਿਮਾਰ ਸੀਗੇ ਤੇ ਹੁਣ ਉਹ ਪੱਕੇ ਖਾ ਰਹੇ ਆ। ਬਹੁਤ ਜ਼ਿਆਦਾ ਫਰਕ ਆ, ਮਤਲਬ ਇਹ ਕਹਿ ਰਹੀ ਆਪਾਂ 30% ਮਾਰਿਆ ਕਿ 70% ਫਰਕ ਹੈ ਜੀ। ਧੰਨਵਾਦ ਹੈ ਜੀ, ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ। ਆਪਣੇ ਜੀ 8 ਪਸ਼ੂ ਪੂਰੇ ਸਹੀ ਹੋ ਗਏ ਦਵਾਈ ਨਾਲ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਬਾਈ ਜੀ ਠੀਕ ਹੈ, ਚਲੋ ਠੀਕ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ। ਮੇਰੀ ਸਮੂਹ ਭੈਣਾਂ ਭਰਾਵਾਂ ਨੂੰ ਬੇਨਤੀ ਆ, ਜਿਹੜੇ ਵੀ ਇਹ ਵੀਡੀਓ ਵੇਖਣ, ਇਹ ਪਿੰਡ ਅਬੋਹਰ ਦੇ ਲਾਗੇ ਬੱਲੂਆਣਾ ਹਲਕਾ ਸੰਤਪੁਰਾ ਨਰੈਣਪੁਰਾ ਪਿੰਡ ਦਾ ਨਾਂ ਆ। ਰਾਮਪੁਰਾ ਨਰੈਣਪੁਰਾ ਪਿੰਡ ਦਾ ਨਾਂ ਆ। ਅਬੋਹਰ ਦੇ ਬਿਲਕੁਲ ਲਾਗੇ ਬੱਲੂਆਣਾ ਹਲਕਾ ਆ ਤੇ ਫ੍ਰੀ ਦੇ ਵਿੱਚ ਬਿਲਕੁਲ ਇਹ ਕਾੜਾ ਮਿਲਦਾ। ਜਿਹੜੇ ਵੀ ਮੇਰੇ ਭੈਣ ਭਰਾ ਦੇ ਜਾਨਵਰ ਬਿਮਾਰ ਨੇ ਉਹ ਇੱਥੋਂ ਆ ਕੇ ਇਹ ਕਾੜਾ ਲੈ ਕੇ ਜਾਣ, ਤਾਂ ਜੋ ਸਾਡੇ ਪੰਜਾਬ ਦੇ ਵਿੱਚ ਕਰੋਪੀ ਫੈਲੀ ਹੈ, ਮਹਾਮਾਰੀ ਫੈਲੀ ਹੈ, ਠੀਕ ਹੋ ਜੇ। ਸਰਕਾਰ ਵੀ ਇੱਥੇ ਸੁਹਿਰਦ ਆ। 76 ਲੱਖ ਰੁਪਇਆ ਇਹ ਹੁਣ ਤੱਕ 23 ਜ਼ਿਲ੍ਹਿਆਂ ਦੇ ਵਿੱਚ ਦੇ ਚੁੱਕੇ ਆ ਕਿ ਜਿਹੜੀ ਮੈਡੀਸਨ ਜਿਹੜੇ ਜਾਨਵਰਾਂ ਨੂੰ ਹੋਈ ਉਹਨਾਂ ਨੂੰ ਤਾਕਤ ਦੇਵੇ। ਤੇ ਹਰੇਕ ਜਿਹੜਾ ਸਰਹੱਦੀ ਜ਼ਿਲ੍ਹਾ ਆ, ਬਾਰਡਰ ਵਾਲਾ ਜ਼ਿਲ੍ਹਾ, ਉਹਨੂੰ 5 ਲੱਖ ਦੀ ਰਾਸ਼ੀ, ਦੂਜੇ ਜ਼ਿਲ੍ਹਿਆਂ ਨੂੰ 3-3 ਲੱਖ ਦੀ ਰਾਸ਼ੀ ਦਿੱਤੀ ਗਈ ਆ। ਤੇ ਜੇ ਹੋਰ ਵੀ ਰਾਸ਼ੀ ਦੀ ਜ਼ਰੂਰਤ ਹੋਵੇਗੀ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ, ਹੋਰ ਵੀ ਰਾਸ਼ੀ ਅਸੀਂ ਦਿਆਂਗੇ। ਸਰਕਾਰ ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਆ ਤੇ ਜਿਹੜੀ ਇਹੋ ਜਿਹੀ ਮਹਾਮਾਰੀ ਫੈਲੀ ਉਹਦੇ ਤੇ ਇੱਕ ਮਿੰਟ ਸਰਕਾਰ ਦੀ ਨਿਗਾਹ ਆ। ਅਸੀਂ ਤੁਹਾਡੇ ਨਾਲ ਆ, ਪਰ ਇਹ ਜਿਹੜੀ ਮਹਾਮਾਰੀ ਫੈਲੀ ਉਹਦੇ 'ਚ ਕਿਸੇ ਵਿਅਕਤੀ ਦਾ ਕਿਸੇ ਦਾ ਕੋਈ ਦੋਸ਼ ਨਹੀਂ, ਕਿਉਂਕਿ ਇਹ ਕੁਦਰਤ ਦੀ ਕਰੋਪੀ ਆ। ਤੇ ਮੈਂ ਬੇਨਤੀ ਕਰਾਂ ਵੀਰੋ, ਜਿਹੋ ਜਿਹਾ ਵਾਤਾਵਰਨ ਹੈ ਉਹਨੂੰ ਆਪਾਂ ਬਚਾਈਏ। ਜਿਵੇਂ ਸਰਕਾਰ ਰੁੱਖ ਲਵਾ ਰਹੀ ਆ ਤੇ ਆਪਾਂ ਨੂੰ ਸਾਥ ਦੇਣਾ ਚਾਹੀਦਾ, ਆਪਣਾ ਆਲਾ ਦੁਆਲਾ ਸਾਫ਼ ਰੱਖਣ 'ਚ, ਰੁੱਖ ਲਾਉਣ 'ਚ, ਤਾਂ ਜੋ ਜਿਹੜੀਆਂ ਇਹ ਨਾਮਰਾਦ ਬਿਮਾਰੀਆਂ ਫੈਲਣਦੀਆਂ ਉਹਨਾਂ ਤੋਂ ਸਾਨੂੰ ਨਿਜਾਤ ਮਿਲੇ। ਤੇ ਮੈਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ, ਜਿਹੜੇ ਤੁਸੀਂ ਇੰਨੀ ਗਰਮੀ ਦੇ ਵਿੱਚ ਇੱਥੇ ਤੁਸੀਂ ਆ ਕੇ ਬੈਠੇ ਜੇ। ਸਾਰਿਆਂ ਦਾ ਮੈਂ ਤੁਹਾਡਾ ਧੰਨਵਾਦ ਕਰਦਾ। ਸੰਤ ਜੋਗਿੰਦਰ ਨਾਥ ਜੀ ਦਾ ਧੰਨਵਾਦ ਕਰਦਾ, ਜਿਹੜੇ ਸਾਡੇ ਭੈਣਾਂ ਭਰਾਵਾਂ ਦੀ ਸੇਵਾ ਕਰ ਰਹੇ ਆ। ਤੇ ਮੈਂ ਤੁਹਾਡਾ ਸਾਰਿਆਂ ਦਾ ਫਿਰ ਤੋਂ ਧੰਨਵਾਦ ਕਰਦਾ। ਮੰਤਰੀ ਸਾਹਿਬ 1 ਮਿੰਟ ਜੀ। ਮੰਤਰੀ ਸਾਹਿਬ ਧਿਆਨ ਦਿਓ ਥੋੜਾ ਜਿਹਾ। ਇੱਕ ਇੱਥੇ ਨਾ ਤੁਹਾਡੇ ਬੱਲੂਆਣੇ ਹਲਕੇ ਦੇ ਵਿੱਚ ਇੱਕ ਵੀ ਬੱਸ ਸਟੈਂਡ ਨਹੀਂ ਹੈਗਾ। ਸਾਡੇ ਐਮਐਲਏ ਸਾਹਿਬ ਗੋਲਡੀ ਮੁਸਾਫਰ ਜੀ ਨੇ ਦੱਸਿਆ, ਇੱਥੇ ਆਪਾਂ ਸਰਵੇ ਕਰਵਾ ਕੇ ਜਿੱਥੇ ਵੱਧ ਆਬਾਦੀ ਹੋਵੇਗੀ ਆਪਾਂ ਬੱਸ ਸਟੈਂਡ ਬਣਵਾਵਾਂਗੇ। ਸਭ ਤੋਂ ਵੱਡੀ ਲੋੜ ਆ ਬੱਸ ਸਟੈਂਡ ਦੀ। ਤੇ ਦੇਖੋ ਇਹ ਜਿਹੜੇ ਵੱਡੇ ਲੀਡਰ ਰਹੇ ਪੁਰਾਣੇ ਸਮੇਂ 'ਚ, ਮੈਂ ਸਿਆਸਤ ਦੀ ਗੱਲ ਨਹੀਂ ਇੱਥੇ ਕਰਨੀ ਚਾਹੁੰਦਾ, ਕਿਉਂਕਿ ਮੈਂ ਤੁਹਾਡਾ ਹਾਲ ਚਾਲ ਪੁੱਛਣ ਆਇਆ ਸਾਰੇ ਭੈਣਾਂ ਭਰਾਵਾਂ ਦਾ। ਪਰ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਵੇਖੋ ਕਿੰਨਾ ਵੱਡਾ ਏਰੀਆ, ਕਿੰਨਾ ਵੱਡਾ ਹਲਕਾ, ਇੱਕ ਵੀ ਬੱਸ ਸਟੈਂਡ ਨਹੀਂ ਹੈਗਾ। ਇਸ ਏਰੀਏ ਦੇ ਵਿੱਚ ਆਪਾਂ ਬੱਸ ਸਟੈਂਡ ਜਲਦੀ ਸਰਵੇ ਕਰਵਾ ਕੇ ਤੇ ਬਣਵਾਵਾਂਗੇ। बोलो जी जगत गुरु श्री चंद्र भगवान की जय, श्री गुरु नानक देव महाराज की जय।
ਮੰਤਰੀ ਸਾਹਿਬ 1 ਮਿੰਟ ਬੈਠਣ ਦੀ ਕਿਰਪਾਲਤਾ ਕਰੋ ਜੀ, ਬੈਠ ਕੇ ਸੁਣ ਲਓ ਗੱਲ ਸਾਰਿਆਂ ਬਹਿ ਜਾਓ ਮੰਤਰੀ ਸਾਹਿਬ, ਬਹਿ ਜਾਓ ਇੱਥੇ। ਮੰਤਰੀ ਸਾਹਿਬ ਉਹ ਮੈਂ ਤੇ ਸਮੂਹ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਇਹ ਮਹਾਮਾਰੀ ਫੈਲੀ ਆ ਲੰਪੀ ਸਕਿਨ ਡਿਜ਼ੀਜ਼ ਨਾਂ ਦੀ ਨਾਮਰਾਦ ਬਿਮਾਰੀ ਗਊਆਂ ਦੇ ਵਿੱਚ ਆਈ ਆ, ਇਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਤੇ ਸਾਡੇ ਕਿਸਾਨ ਵੀਰਾਂ ਦਾ ਪਸ਼ੂ ਪਾਲਕਾਂ ਦਾ ਬੜਾ ਨੁਕਸਾਨ ਹੋ ਰਿਹਾ। ਪਰ ਮੈਂ ਬੇਨਤੀ ਕਰਦਾ ਪਹਿਲੀ ਤੇ ਗੱਲ ਆਰਾਮ ਆਵੇ, ਸਾਡੀਆਂ ਗਊਆਂ ਜਿਹੜੀਆਂ ਗਊ ਧਨ ਹੈ ਉਹ ਬਾਜੇ। ਪਰ ਜੇ ਕਿਸੇ ਕਾਰਨ ਗਾਵਾਂ ਦੀ ਮੌਤ ਹੁੰਦੀ, ਕਿਸੇ ਜਾਨਵਰ ਦੀ ਮੌਤ ਹੁੰਦੀ, ਉਹਨੂੰ ਨਾ ਤੇ ਹੱਡੂ ਰੋੜੇ 'ਚ ਖੁੱਲ੍ਹੇ 'ਚ ਸੁੱਟਿਆ ਜਾਵੇ। ਕਈ ਵੀਰ ਕੀ ਕਰਦੇ ਉਹ ਨਹਿਰਾਂ ਦੇ ਵਿੱਚ ਸੁੱਟੀ ਜਾਂਦੇ ਆ, ਇਹ ਕੰਮ ਨਾ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਮਹਾਮਾਰੀ ਫੈਲ ਸਕਦੀ ਆ। ਟੋਆ ਪੁੱਟ ਕੇ ਉਹਨੂੰ ਦਬਾਇਆ ਜਾਵੇ, ਗਾਵਾਂ ਨੂੰ ਦਬਾਇਆ ਜਾਵੇ ਜੇ ਕਿਸੇ ਗਾਂ ਦੀ ਮੌਤ ਹੋ ਜਾਂਦੀ ਆ। ਜੇ ਅਸੀਂ ਸਾਰੇ ਇੱਕ ਦੂਜੇ ਦਾ ਸਾਥ ਦੇਵਾਂਗੇ ਤੇ ਤਾਂ ਹੀ ਅਸੀਂ ਇਸ ਬਿਮਾਰੀ ਤੋਂ ਨਿਜਾਤ ਪਾ ਸਕਦੇ ਹਾਂ। ਅੱਜ ਮੈਂ ਹੋਰ ਦੇ ਏਰੀਏ ਦੇ ਵਿੱਚ ਜਿਹੜੀ ਇਹ ਲੰਪੀ ਸਕਿਨ ਡਿਜ਼ੀਜ਼ ਨਾਂ ਦੀ ਬਿਮਾਰੀ ਫੈਲੀ ਹੈ ਗਾਵਾਂ ਦੇ ਵਿੱਚ, ਮੈਂ ਪਸ਼ੂ ਪਾਲਕਾਂ ਨੂੰ ਸ਼ੈੱਡ ਮਾਲਕਾਂ ਨੂੰ ਮਿਲਣ ਆਇਆ ਸੀ ਤੇ ਮੈਨੂੰ ਪਤਾ ਲੱਗਾ ਜੀ ਸੰਤ ਜੋਗਿੰਦਰ ਆਨੰਦ ਜੀ ਮਹਾਰਾਜ ਇੱਥੇ ਕਾੜਾ ਬਣਾ ਕੇ ਦਵਾਈ ਦੇ ਰਹੇ, ਲੋਕਾਂ ਦਾ ਭਲਾ ਕਰ ਰਹੇ ਆ। ਤੇ ਮੈਂ ਇੱਥੇ ਭੈਣਾਂ ਭਰਾਵਾਂ ਦੇ ਇੱਥੇ ਦਰਸ਼ਨ ਕਰਨ ਵੀ ਆਇਆ ਤੇ ਮੈਂ ਇੱਥੇ ਵੇਖਿਆ ਵਾਕਈ ਸਾਰਿਆਂ ਤੋਂ ਪੁੱਛਿਆ ਗਿਆ, ਕਹਿੰਦੇ ਸਾਡੇ ਰਿਸ਼ਤੇਦਾਰਾਂ ਦੇ ਜਿਹੜੇ ਪਸ਼ੂ ਆ ਉਹ ਠੀਕ ਹੋਏ ਆ। ਤੇ ਜੋਗਿੰਦਰ ਆਨੰਦ ਜੀ ਨੇ ਵੀ ਦੱਸਿਆ ਕਿ ਜਿਹੜੇ ਜਾਨਵਰ ਦੇ ਤੱਫੜ ਹੋਏ ਆ, ਜੇ ਤੇ ਉਹ ਜ਼ਖਮ ਨਹੀਂ ਬਣੇ, ਅੰਦਰ ਲਹੂ ਨਹੀਂ ਪਿਆ ਤੇ ਉਹ ਠੀਕ ਹੋ ਜਾਂਦੇ ਆ। ਜੇ ਜ਼ਿਆਦੀ ਹਾਲਤ ਵਿਗੜ ਚੁੱਕੀ ਆ ਤੇ ਉਹ ਵੀ ਹੌਲੀ ਹੌਲੀ ਠੀਕ ਹੋਣ ਦੇ ਅਸਾਰ ਹੋ ਸਕਦੇ ਆ। ਉਪਰਾਲੇ ਪੰਜਾਬ ਸਰਕਾਰ ਵੱਲੋਂ 76 ਲੱਖ ਰੁਪਏ ਦੀ ਰਾਸ਼ੀ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਆ। ਸਰਹੱਦੀ ਜ਼ਿਲ੍ਹੇ ਜਿਹੜੇ ਉਹਨਾਂ ਨੂੰ 5-5 ਲੱਖ, ਦੂਜੇ ਜ਼ਿਲ੍ਹਿਆਂ ਨੂੰ 3-3 ਲੱਖ ਦੀ ਰਾਸ਼ੀ ਦੇ ਦਿੱਤੀ ਗਈ ਆ। ਸਾਰੇ ਜਿੰਨੇ ਡਿਪਟੀ ਡਾਇਰੈਕਟਰ ਨੇ, ਫਾਰਮਾਸਿਸਟ, ਵੈਟਰਨਰੀ ਇੰਸਪੈਕਟਰ ਨੇ, ਸਾਰਿਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਕਿ ਸਾਰੇ ਜ਼ਿਲ੍ਹਿਆਂ ਦੇ ਦੌਰੇ ਕੀਤੇ ਜਾਣ। ਜਿੱਥੇ ਵੀ ਇਹ ਬਿਮਾਰੀ ਆ ਉਹਨਾਂ ਪਸ਼ੂ ਪਾਲਕਾਂ ਦੀ ਬਾਂਹ ਫੜੀ ਜਾਵੇ, ਉਹਨਾਂ ਨੂੰ ਗਾਵਾਂ ਨੂੰ ਤੇ ਜਿਹੜੇ ਹੋਰ ਵੀ ਜਾਨਵਰ ਜਿਹੜੇ ਦੀ ਲਪੇਟ 'ਚ ਆਏ ਉਹਨਾਂ ਨੂੰ ਤਾਕਤ ਦੀ ਦਵਾਈ ਦਿੱਤੀ ਜਾਵੇ ਤਾਂ ਜੋ ਇਸ ਬਿਮਾਰੀ ਨਾਲ ਲੜਨ ਦੀ ਉਹਨਾਂ ਦੇ ਵਿੱਚ ਤਾਕਤ ਪੈਦਾ ਹੋ ਸਕੇ। ਉਹਨਾਂ ਤੇ ਵੀ ਅਸੀਂ ਸਾਡੇ ਜਿਵੇਂ ਡੀਸੀ ਨੇ ਹਰੇਕ ਜ਼ਿਲ੍ਹੇ ਦੇ, ਉਹਨਾਂ ਨੂੰ ਅਸੀਂ ਇਹ ਕਹਿ ਕੇ ਕਿ ਜਿਹੜੇ ਗੁੱਜਰ ਭਾਈਚਾਰਾ ਸੜਕਾਂ ਤੇ ਜਾਨਵਰ ਚਾਰਦੇ ਆ ਜਾਂ ਹੋਰ ਜਿਹੜੇ ਅਵਾਰਾ ਪਸ਼ੂ ਤੁਰੇ ਫਿਰਦੇ ਜਿਨ੍ਹਾਂ ਨਾਲ ਐਕਸੀਡੈਂਟ ਹੁੰਦੇ ਆ ਜਾਂ ਹੋਰ ਅਣਹੋਣੀਆਂ ਘਟਨਾਵਾਂ ਹੁੰਦੀਆਂ, ਉਹਨਾਂ ਘਟਨਾਵਾਂ ਨੂੰ ਰੋਕਣ ਲਈ ਸਖਤ ਜਿਹੜਾ ਰੋਕ ਅਪਣਾਈਏ ਤਾਂ ਜੋ ਇਹ ਜਿਹੜੇ ਐਕਸੀਡੈਂਟ ਹੁੰਦੇ ਆ ਜਾਂ ਕੋਈ ਹੋਰ ਵੀ ਘਟਨਾ ਹੁੰਦੀ ਆ ਉਹ ਤੋਂ ਜਿਹੜੀ ਆ ਸਾਨੂੰ ਨਿਜਾਤ ਮਿਲ ਸਕੇ। ਫਾਜ਼ਿਲਕਾ ਦੇ ਵਿੱਚ ਸਰ ਬਹੁਤ ਸਾਰੀ ਆਪਣੇ ਥਾਂ ਪਈ ਹੈ ਗਊਸ਼ਾਲਾ, ਉੱਥੇ ਕਿਉਂ ਨਹੀਂ ਹੁੰਦੀ? ਬਿਲਕੁਲ ਸਾਰੇ ਹੀ ਬੰਦ ਹੋਵੇਗੇ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਕਿਹਾ ਜਾਵੇਗਾ ਕਿ ਜਿਹੜੇ ਅਵਾਰਾ ਪਸ਼ੂ ਜਾਂ ਕਿਸੇ ਦੇ ਨਿੱਜੀ ਪਸ਼ੂ ਉਹ ਵੀ ਜਿਹੜੇ ਜੀਟੀ ਰੋਡ ਉਹਨਾਂ ਤੇ ਨਾ ਦਿਖਾਈ ਦੇ। ਡੇਰੇ ਵਿੱਚ ਕੀ ਸਹਿਯੋਗ ਕਰੋਗੇ? ਡੇਰੇ ਵਿੱਚ ਮੈਂ ਆਪਦੇ ਕੋਲੋਂ ਆਪਣੀ ਜੇਬ ਦੇ ਵਿੱਚੋਂ 1 ਲੱਖ ਰੁਪਇਆ ਦੇ ਕੇ ਜਾਊਂ ਕਿਉਂਕਿ ਇਹਨਾਂ ਦਾ ਵੀ ਖਰਚਾ ਹੁੰਦਿਆ, ਬਹੁਤ ਖਰਚਾ ਹੁੰਦਿਆ। ਮੈਂ ਆਪਦੀ ਜੇਬ ਚੋਂ ਇਹਨਾਂ ਨੂੰ 1 ਲੱਖ ਰੁਪਇਆ ਦੇ ਕੇ ਜਾਊਂਗਾ। ਜਿਹੜੀ ਸਰਕਾਰ ਦੀ ਸਹਾਇਤਾ ਉਹ ਵੱਖਰੀ ਹੋਵੇਗੀ ਜੇ ਕੋਈ ਹੋਵੇ ਕਿ ਮੈਂ ਆਪਣੀ ਜੇਬ ਚੋਂ ਆਪਦੇ ਫੰਡ ਚੋਂ ਦੇ ਸਰਕਾਰੀ ਕਾਲਜ ਜਿਹੜਾ ਬਣਾਇਆ ਗਿਆ ਪਿਛਲੀ ਸਰਕਾਰ ਵੱਲੋਂ, ਅਜੇ ਉਹਦੀ ਬਿਲਡਿੰਗ ਸ਼ੁਰੂ ਨਹੀਂ ਹੋਈ, ਕੀ ਉਹਦਾ ਧਿਆਨ ਚ ਹੈ ਮਾਮਲਾ ਤੁਹਾਡੇ ਤੇ ਕਦੋਂ ਤੱਕ ਸ਼ੁਰੂ? ਜਲਦੀ ਸ਼ੁਰੂ ਕਰਵਾ ਦਾਂਗੇ। ਪਿਛਲੀਆਂ ਸਰਕਾਰਾਂ ਦਾ ਇਹੋ ਕੰਮ ਰਿਹਾ, ਨੀਂਹ ਪੱਥਰ ਰੱਖ ਦਿੰਦੇ ਰਹੇ ਤੇ ਗਾਂ ਨਾ ਤੇ ਗ੍ਰਾਂਟ ਆਈ ਨਾ ਕੋਈ ਕੰਮ ਹੋਇਆ। ਜਿਹੜੇ ਕੰਮ ਰਹਿੰਦੇ ਨੇ ਅਧੂਰੇ ਉਹ ਸਾਰੇ ਜਲਦ ਪੂਰੇ ਕਰਾਂਗੇ। ਮੇਰੇ ਵੀਰ ਮਾੜਾ ਜਿਹਾ ਇੱਧਰ ਆ ਲੈਂਦਾ ਇਹਨੂੰ ਆਉਂਦਾ ਜੀ। ਮੰਤਰੀ ਸਾਹਿਬ 1 ਮਿੰਟ ਸਾਡੀ ਪੁਕਾਰ ਸੁਣਿਓ ਜੀ। ਕਈ ਸਦੀਆਂ ਬਾਅਦ ਸਾਡੇ ਪਿੰਡ ਕੋਈ ਵਜ਼ੀਰ ਪਹੁੰਚਿਆ ਜੀ, ਪਲੀਜ਼ ਬੇਨਤੀ ਹੈ ਸਾਡੀ ਪੁਕਾਰ ਸੁਣ ਲਓ। ਬਲਜੀਤ ਭਾਈ ਇਸ ਪਿੰਡ ਦੀ ਪੁਕਾਰ ਵੀ ਸੁਣ ਲਓ ਯਾਰ। ਕਈ ਸਦੀਆਂ ਪਿੱਛੋਂ ਕੋਈ ਮੰਤਰੀ ਸਾਹਿਬ ਪਹੁੰਚੇ ਆ ਸਾਡੇ ਪਿੰਡ, ਸਦੀਆਂ ਹੀ ਬੀਤ ਗਈਆਂ। ਇਹਨੂੰ ਕਹਿਣਾ ਬਲਜੀਤ ਨੂੰ ਭੁੱਲਰ ਸਾਹਿਬ 1 ਮਿੰਟ ਸਾਡੀ ਗੱਲ ਸੁਣਿਓ। ਇਹ ਹਲਕਾ ਜੀ ਪੰਜਾਬ ਦਾ 117ਵਾਂ ਹਲਕਾ ਹੈ ਜੀ। 116 ਵੱਖਰਿਆ ਹੈ, ਵੱਖਰਾ ਜੀ। ਇਹ ਪਿੰਡ ਪੰਜਾਬ ਦਾ ਲਾਸਟ ਪਿੰਡ ਹੈ ਜੀ। ਉਹਦੇ ਡੱਡੂ ਵਾਲਾ ਹਾਲ ਹੈ ਜੀ ਸਾਡਾ। ਹੁਣ ਤੱਕ ਜੋ ਵੀ ਕੁਝ ਹੋਇਆ ਅੰਨਾ ਵੱਡੇ ਰੌੜੀਆਂ ਮੁੜ ਮੁੜ ਆਪਣਿਆਂ ਨੂੰ ਦੇ ਸਾਡੇ ਨਾਲ ਵਿਤਕਰਾ ਹੀ ਹੋਇਆ ਜੀ।
ਬੇਸ਼ੱਕ ਸਾਡੇ ਐਮਐਲਏ ਸਾਹਿਬਾਨ ਜਿੰਨੇ ਵੀ ਹੋਏ ਅੱਜ ਤੋਂ ਪਹਿਲਾਂ ਕਿਸੇ ਵੀ ਪਾਰਟੀ ਦੇ ਸੀ, ਉਹਨਾਂ ਨੇ ਕੋਸ਼ਿਸ਼ਾਂ ਕਰੀਆਂ, ਪਰ ਰਿਜ਼ਰਵ ਹਲਕਾ ਹੋਣ ਕਰਕੇ ਉਹਨਾਂ ਦਾ ਕੋਸ਼ਿਸ਼ਾਂ ਨੂੰ ਪੂਰਾ ਬੋਰ ਨਹੀਂ ਪਿਆ। ਹੁਣ ਤੁਹਾਡੇ ਤੋਂ ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਪੂਰੀ ਆਸ ਹੈ, ਵਿਸ਼ਵਾਸ ਵੀ ਹੈ। ਆ ਪੰਚਾਇਤ ਦੀਆਂ ਮੰਗਾਂ ਜੀ, ਜੇ ਆਖਿਆ ਹੋਵੇ ਤਾਂ ਪੜ੍ਹ ਕੇ ਸੁਣਾ ਦੇ। ਇੱਕ ਤਾਂ ਸਾਡੇ ਪਿੰਡ ਤੋਂ ਬੋਰ ਨੂੰ ਕੋਈ ਬੱਸ ਨਹੀਂ ਜਾ ਰਹੀ ਜੀ ਮੰਤਰੀ ਸਾਹਿਬ, ਕਈ ਸਾਲ ਹੋ ਗਏ। ਇੱਕ ਨਾਰਥਰਨ ਟਰਾਂਸਪੋਰਟ ਹੈ ਜੀ, ਬਾਦਲ ਸਾਹਿਬ ਦੇ ਬਿਲਕੁਲ ਖਾਸ ਹੈ, ਉਹਨਾਂ ਨੇ ਬਹੁਤ ਗਦਰ ਮਚਾਇਆ ਜੀ। ਉਹਨਾਂ ਦੀਆਂ ਧੱਕੇ ਨਾਲ ਚੱਲਦੀਆਂ ਰਹੀਆਂ ਤੇ ਪਰਮਿਟ ਵਾਲਿਆਂ ਦੀਆਂ ਵਿਚਾਰਿਆਂ ਦੀਆਂ ਚੱਲਣ ਨਹੀਂ ਦਿੱਤੀਆਂ ਜੀ। ਸਾਡੀ ਤਹਿਸੀਲ ਹੈ ਕੋਲ, ਸਾਰੇ ਸਰਕਾਰੀ ਦਫ਼ਤਰ ਉੱਥੇ, ਸਕੂਲ ਕਾਲਜ ਉੱਥੇ ਜੀ, ਬੱਚਿਆਂ ਨੂੰ ਹਰੇਕ ਕਾਮੇ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ। ਇੱਕ ਤਾਂ ਬੱਸ ਦਾ ਇੰਤਜ਼ਾਮ ਜ਼ਰੂਰ ਕਰਵਾ ਕੇ ਦਿਓ ਜੀ, 2-3 ਢਾਈ। ਸਾਡੇ 2 ਪਿੰਡ ਹੈ ਜੀ ਇਕੱਠੇ, ਰਾਮਪੁਰਾ ਤੇ ਨੈਣਪੁਰਾ, ਪੰਚਾਇਤਾਂ ਅਲੱਗ-ਅਲੱਗ, ਲਗਭਗ 10,000 ਦੀ ਆਬਾਦੀ ਹੈ ਜੀ। ਕੋਈ ਸਰਕਾਰੀ ਹਸਪੀਟਲ ਬੰਦਿਆਂ ਦਾ ਤੇ ਇੱਕ ਪਸ਼ੂਆਂ ਦਾ। ਮਿਹਰਬਾਨੀ ਕਰੋ ਜੀ, ਬਾਰਡਰ ਤੇ ਬੈਠੇ ਬਹੁਤ ਦੂਰ ਜਾਣਾ ਪੈਂਦਾ। ਇੱਕ ਸਾਡੇ ਵਾਟਰ ਵਰਕਸ ਦੀ ਪਾਈਪਲਾਈਨ ਅੰਡਰਗਰਾਉਂਡ ਕਰਵਾਈ ਜਾਵੇ ਜੀ, ਨਹਿਰ ਤੇ ਮੋਟਰ ਲਾ ਕੇ। ਸੀਮੈਂਟਡ ਪਾਈਪ ਹੈ ਜੀ, ਉਹ ਉੱਚੀ ਪਾਈਪ ਹੈ, ਉਹ ਲੀਕ ਰਹਿੰਦੀ ਹੈ, ਰੋਡ ਟੁੱਟਦੀ ਹੈ ਜੀ ਸਾਡੀ। ਇੱਕ ਬਿਜਲੀ ਘਰ ਚ ਦੇ ਜਾਂਦਾ ਜੀ, ਰਾਜੇ ਦੇ ਘਰੇ ਮੋਤੀਆਂ ਦਾ ਕਾਲ ਤਾਂ ਜਿਹੜੀ ਜ਼ਮੀਨ ਪੰਚਾਇਤ ਦੇਊਗੀ ਜੀ, ਬਿਲਕੁਲ ਫ੍ਰੀ ਦੇਊਗੀ, ਰੋਡ ਦੇ ਉੱਤੇ ਦੇਊਗੀ। ਆਹ ਸਰਪੰਚ ਸਾਹਿਬ ਬੜੀ। ਇੱਕ ਸਾਡੇ ਸਰਕਾਰੀ ਸਕੂਲ ਹੈ, ਸੈਕੰਡਰੀ ਸਕੂਲ ਹੈ ਸਰ, ਉਹਦੀ ਇਮਾਰਤ ਹੈ ਜਿਹੜੀ ਉਹ ਅਨਸੇਫ ਹੈ, ਬਹੁਤ ਜਰਜਰ ਹੈ। ਬਿਲਡਿੰਗ ਪਲੀਜ਼ ਦਿਓ ਜੀ, ਬੱਚਿਆਂ ਦਾ ਬਹੁਤ ਰਿਸਕ ਹੈ ਜੀ। ਇੰਨੀਆਂ ਨੇ ਬਹੁਤ ਬਹੁਤ ਧੰਨਵਾਦ, ਜ਼ਰੂਰ ਵਿਚਾਰ ਕਰਿਓ। ਜਿੰਨੀਆਂ ਵੀ ਤੁਹਾਡੀਆਂ ਮੰਗਾਂ ਨੇ ਰਾਮਪੁਰਾ ਨਰੈਣਪੁਰਾ ਵਾਲਿਆਂ ਦੀਆਂ ਬਿਲਕੁਲ ਜਾਇਜ਼ ਨੇ। ਮੈਨੂੰ ਐਮਐਲਏ ਸਾਹਿਬ ਨੇ ਦੱਸਿਆ ਕਿ ਸਾਡਾ ਹਲਕਾ ਪੰਜਾਬ ਨਾਲੋਂ ਕਹਿ ਲਓ ਕਿ ਦੂਜੀ ਸਟੇਟ ਵਾਲਾ ਵੱਖਰਾ ਹੀ ਹਲਕਾ ਹੈ। ਤੋਂ ਵਾਕਈ ਪਤਾ ਲੱਗਦਾ, ਨਾ ਕੋਈ ਬੱਸ ਸਟੈਂਡ, ਨਾ ਬਿਜਲੀ ਘਰ, ਨਾ ਇੱਥੇ ਐਸਡੀਐਮ, ਨਾ ਇੱਥੇ ਡੀਐਸਪੀ, ਕੋਈ ਵੀ ਇੱਥੇ ਦਫ਼ਤਰ। ਇਹ ਤੁਹਾਡੀਆਂ ਮੰਗਾਂ ਜਿਹੜੀਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ 'ਚ ਲਿਆ ਦਿੱਤੀਆਂ ਜਾਣਗੀਆਂ ਤੇ ਪੂਰੀਆਂ ਵੀ ਕਰਾਵਾਂਗੇ। ਮੁੱਖ ਮੰਤਰੀ ਸਾਹਿਬ ਤੋਂ ਤੁਹਾਡੀਆਂ ਸਾਰੀਆਂ ਮੰਗਾਂ ਵੀ ਪੂਰੀਆਂ ਕਰਾਵਾਂਗੇ। ਤੇ ਜਿਹੜਾ ਮਹੱਲਾ ਕਲੀਨਿਕ ਖੁੱਲ੍ਹਾ ਹਰ ਹਲਕੇ ਦੇ ਵਿੱਚ, ਉਹ ਆਪਾਂ ਮਹੱਲਾ ਕਲੀਨਿਕ ਵੀ ਇੱਥੇ ਤੁਹਾਡੇ ਦਰਬਾਰ ਤੇ ਇੱਥੇ ਖਿਲਾਵਾਂਗੇ, ਤਾਂ ਜੋ ਇੱਥੇ ਅੱਗੇ ਸੇਵਾ ਚੱਲਦੀ ਪਈ ਹੈ, ਗਾਂ ਵੀ ਸੇਵਾ ਹੋਵੇ। ਤੇ ਜਿਹੜੀ ਸੇਵਾ ਸਾਡੇ ਸੰਤ ਜੀ ਜੋਗਿੰਦਰਾ ਨਾਮ ਜੀ ਕਰ ਰਹੇ ਆ, ਇਸ ਸੇਵਾ ਨੂੰ ਬਾਬਾ ਨਾਨਕ 4 ਚੰਨ ਹੋਰ ਲਾਵੇ ਤੇ ਲੋਕਾਂ ਦੀ ਸੇਵਾ ਇੱਥੋਂ ਲੰਮਾ ਸਮਾਂ ਅੱਗੇ ਚੱਲਦੀ ਰਹੀ ਆ ਤੇ ਲੰਮਾ ਸਮਾਂ ਹੀ ਚੱਲਦੀ ਰਹੀ। ਧੰਨਵਾਦ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ, ਧੰਨਵਾਦ ਜੀ ਆਇਆਂ ਨੂੰ। ਫਾਲਤੂ ਬੰਦਾ ਨਾ ਵੜਨਾ ਜਾਂਦਾ। ਪਿੱਛੇ ਹੋ ਜਾ, ਪਿੱਛੇ ਲਾਈਟ ऑन करो। बाकी विचारे बाबिया ना पेज कर बस हो जाए। गुलाब भाई कितने जाओ तब तब करो मेरा काम साइड जाओ तब तक चाह ना करो प्रबंध जल्दी करो जल्दी लाओ मेरे बेटे आ मेज अगां कर दो बाहर बिठा लो होर जेडे बंदे अपने बाहर बैठे अपने अक्षय सारी यूनियन राज्यपाल के प्रधान